ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਤੋਂ ਖਾਲਿਸਤਾਨ ਜ਼ਿੰਦਾਬਾਦ ਦਾ ਪੋਸਟਰ ਹੈ ਜਿਹੜਾ ਉਹ ਲੱਗਿਆ ਦਿਖਿਆ ਤੇ ਸੇਮ ਉਹੀ ਚੀਜ਼ ਇਹ ਕਿਉਂਕਿ ਸੈਕਟਰ 44 ਦੇ ਵਿੱਚ ਵੀ ਇੱਕ ਸਾਈਨ ਬੋਰਡ ਦੇ ਉੱਤੇ ਖਾਲਿਸਤਾਨ ਦਾ ਪੋਸਟਰ ਲੱਗਿਆ ਦੇਖਿਆ ਗਿਆ ਸੀ। ਸੇਮ ਉਹੀ ਪੋਸਟਰ ਉਸੇ ਤਰ੍ਹਾਂ ਦਾ ਉਹੀ ਰੰਗ ਉਹੀ ਸਟਾਈਲ ਦੇ ਨਾਲ ਲੱਗਿਆ ਹੋਇਆ ਕਿਉਂਕਿ ਅਸੀਂ ਜਦੋਂ ਸੈਕਟਰ 44 ਦੇ ਵਿੱਚ ਵੀ ਦੇਖਿਆ ਸੀਗਾ ਕਿ ਖਾਲਿਸਤਾਨ ਜ਼ਿੰਦਾਬਾਦ ਦਾ ਜਿਹੜਾ ਪੋਸਟਰ ਸੀਗਾ ਜਿਹਦੇ ਵਿੱਚ ਸ਼੍ਰੀ ਨਿਸ਼ਾਨ ਸਾਹਿਬ ਬਣਿਆ ਹੋਇਆ ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਉੱਪਰ ਇੰਗਲਿਸ਼ ਤੇ ਨੀਚੇ ਪੰਜਾਬੀ ਦੇ ਵਿੱਚ ਤੇ ਇਹ ਸੈਕਟਰ 28 ਦੀ ਬੈਕ ਸਾਈਡ ਪੈ ਜਾਂਦੀ ਹੈ। ਜੇ ਕਹੀਏ ਇਹ ਰੋਡ ਹੈ ਜਿਹੜਾ ਮੇਨ ਰੋਡ ਹੈ ਚੰਡੀਗੜ੍ਹ ਦਾ ਜਿੱਥੋਂ ਕਿ ਸਿੱਧਾ ਲੋਕ ਅਲਾਂਤੇ ਵਾਸਤੇ ਜਾਣਾ ਹੈ ਕਿਸੇ ਨੇ ਜਾਂ ਚੰਡੀਗੜ੍ਹੋਂ ਬਾਹਰ ਨਿਕਲਣਾ ਤੁਸੀਂ ਤਾਂ ਇਹ ਮੁੱਖ ਰੋਡ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਵੱਡੀ ਗੱਲ ਇਹ ਕਿ ਆਖਰਕਾਰ ਖਾਲਿਸਤਾਨ ਦੀ ਪੋਸਟਰ ਨੂੰ ਲੈ ਕੇ ਸੈਕਟਰ 44 ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਉੱਥੇ ਵੀ ਜਿਹੜਾ ਕਿ ਇੱਕ ਸਾਈਨ ਬੋਰਡ ਤੇ ਪੋਸਟਰ ਲਾਇਆ ਗਿਆ। ਹੁਣ ਸਵਾਲ ਖੜੇ ਇਹ ਹੁੰਦੇ ਨੇ ਕਿ ਆਖਰਕਾਰ ਉਹੀ ਰੰਗ ਦਾ ਪੋਸਟਰ ਉਹੀ ਤਰੀਕੇ ਦੇ ਨਾਲ ਲਗਾਇਆ ਗਿਆ ਦੁਬਾਰਾ ਇੱਕ ਵਾਰ ਫਿਰ ਤੋਂ ਤਾਂ ਕਿਤੇ ਨਾ ਕਿਤੇ ਇਹ ਕੋਸ਼ਿਸ਼ ਕੀ ਸ਼ਰਾਰਤ ਜੇ ਕਹੀਏ ਕਿ ਪਿਛਲੀ ਵਾਰ ਅਸੀਂ ਕਿਹਾ ਸੀਗਾ ਕਿ ਸ਼ਰਾਰਤ ਦੇ ਤੌਰ ਤੇ ਹੋ ਸਕਦਾ ਕਿਸੇ ਨੇ ਪੋਸਟਰ ਲਾਤਾ ਹੋਵੇ ਪਰ ਦੁਬਾਰੇ ਉਸੇ ਤਰ੍ਹਾਂ ਦਾ ਪੋਸਟਰ ਉਹੀ ਫਾਰਮੈਟ ਤੇ ਜਦੋਂ ਦਿਖਾਈ ਦਿੰਦਾ ਤਾਂ ਕਿਹਾ ਜਾ ਸਕਦਾ ਕਿ ਇੱਕ ਜਾਣਬੁੱਝ ਕੇ ਕਿਤੇ ਨਾ ਕਿਤੇ ਕੋਸ਼ਿਸ਼ ਇਹ ਹੈ ਬਾਰ-ਬਾਰ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਕਿ ਜੇ ਕਹੀਏ ਕਿ ਪੰਜਾਬ ਦੀ ਰਾਜਧਾਨੀ ਪੈ ਜਾਂਦੀ ਹੈ ਪੁਲਿਸ ਪੰਜਾਬ ਦਾ ਜੇ ਕਿਹਾ ਜਾਵੇ ਹੈੱਡਕੁਆਟਰ ਇੱਥੇ ਆ ਤਾਂ ਉਹਦੇ ਬਾਵਜੂਦ ਚੰਡੀਗੜ੍ਹ ਪੁਲਿਸ ਖੁਦ ਐਕਟਿਵ ਰਹਿੰਦੀ ਹੈ ਲਗਾਤਾਰ PCR ਬੈਨਾਂ ਘੁੰਮਦੀਆਂ ਨੇਗਾ ਤਾਂ ਤੁਸੀਂ ਦੇਖੋ ਕਿ ਇਹ ਰੋਡ ਦੇ ਵਿੱਚ ਕੀ ਆਖਰਕਾਰ ਅਜੇ ਤੱਕ ਦਿਖਾਈ ਨਹੀਂ ਦਿੱਤਾ ਗਿਆ ਕਿਸੇ ਨੂੰ ਜਾਂ ਦੂਜੇ ਪਾਸੇ ਜਾਣਬੁੱਝ ਕੇ ਕਿਸੇ ਨੇ ਪੋਸਟਰ ਲਾਤਾ ਹੋਵੇ ਮਨ ਭੜਕਾਉਣ ਦੇ ਲਈ ਜਾਂ ਫਿਰ ਖਾਲਿਸਤਾਨ ਜ਼ਿੰਦਾਬਾਦ ਲਿਖਣ ਦੇ ਲਈ ਪਰ ਹੁਣ ਇੱਕ ਸੋਚੀ ਸਮਝੀ ਇਹ ਸਾਜ਼ਿਸ਼ ਨਜ਼ਰ ਪੈ ਰਹੀ ਹੈ ਕਿ ਆਖਰ ਬਾਰ-ਬਾਰ ਕਿਉਂ ਉਹੀ ਫਾਰਮੈਟ ਦੇ ਵਿੱਚ ਪੋਸਟਰ ਵੀ ਉਸੇ ਤਰ੍ਹਾਂ ਦਾ ਰੰਗ ਵੀ ਉਹੀ ਯੂਜ਼ ਕੀਤੇ ਗਏ ਤੇ ਦੂਜੇ ਪਾਸੇ ਸਾਈਨ ਬੋਰਡ ਵੀ ਹੈ ਜਿਹੜਾ ਉਸੇ ਤਰ੍ਹਾਂ ਦੇ ਨਾਲ ਫਰਕ ਇੰਨਾ ਹੈ ਕਿ ਉਦੋਂ ਸੈਕਟਰ 44 ਦੇ ਵਿੱਚ ਲੱਗਿਆ ਸੀ ਉਹ ਵੀ ਮੇਨ ਰੋਡ ਸੀ ਜਿਹੜਾ ਮੋਹਾਲੀ ਚੰਡੀਗੜ੍ਹ ਦੇ ਵਿੱਚ ਦਾ ਕਹਿ ਸਕਦੇ ਚੰਡੀਗੜ੍ਹ ਦਾ ਕਲਾਸ ਪੈ ਜਾਂਦਾ ਤੇ ਇਹ ਚੰਡੀਗੜ੍ਹ ਦੇ ਵਿੱਚ ਬਿਲਕੁਲ ਵਿਚਲਾ ਖੇਤਰ ਹਾਲਾਂਕਿ ਰੋਡ ਉਹੀ ਇਸਤੇਮਾਲ ਕੀਤੇ ਜਾਂਦੇ ਨੇ ਜੋ ਕਿ ਚੰਡੀਗੜ੍ਹੋਂ ਬਾਹਰ ਜਾਣ ਵਾਸਤੇ ਜੇ ਕਹੇ ਕਿਤੇ ਨਾ ਕਿਤੇ ਇਸਤੇਮਾਲ ਹੁੰਦੇ ਨੇਗੇ ਇਹ ਤੁਸੀਂ ਦੇਖੋ ਕਿ ਭੀੜਪਾੜ ਵਾਲਾ ਖੇਤਰ ਹੈ ਕੋਈ ਇਹ ਨਹੀਂ ਕਿਹਾ ਜਾ ਸਕਦਾ ਹੈਗਾ ਪਰ ਇੱਕ ਸਭ ਤੋਂ ਵੱਡੀ ਗੱਲ ਚੀਜ਼ ਇਹ ਦੇਖੀ ਜਾਂਦੀ ਹੈ ਕਿ ਆਖਰਕਾਰ ਇਹਨਾਂ ਸਾਈਨ ਬੋਰਡਾਂ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ। ਸਾਈਨ ਬੋਰਡ ਹਮੇਸ਼ਾ ਹਰ ਕਿਸੇ ਦੇ ਧਿਆਨ ਦੇ ਵਿੱਚ ਰਹਿੰਦੇ ਨੇ ਕੋਈ ਬਾਹਰੋਂ ਆਉਂਦਾ ਜਾਂਦਾ ਹੈ ਜਾਂ ਫਿਰ ਕਿਸੇ ਨੇ ਕਿਸੇ ਦਾ ਘਰ ਲੱਭਣਾ ਹੋਵੇ ਇਹ ਸਾਈਨ ਬੋਰਡ ਦੇ ਵਿੱਚ ਫਰਕ ਇੰਨਾ ਕੁ ਹੈ ਕਿ ਇਹਦੇ ਉੱਤੇ ਚੰਡੀਗੜ੍ਹ ਦਾ ਪੂਰਾ ਮੈਪ ਬਣਿਆ ਹੋਇਆ ਹੈ। ਆਮ ਤੌਰ ਤੇ ਜਦੋਂ ਸੈਕਟਰ ਵਾਈਜ਼ ਅਸੀਂ ਜਾਂਦੇ ਹਾਂ ਤਾਂ ਸੈਕਟਰ ਦੇ ਤੌਰ ਤੇ ਜਦੋਂ ਕਿਤੇ ਕਿਸੇ ਦਾ ਘਰ ਲੱਭਣਾ ਹੋਵੇ ਜਾਂ ਫਿਰ ਲੋਕੇਸ਼ਨ ਦੇਖਣੀ ਹੋਵੇ ਤਾਂ ਇਹਨਾਂ ਬੋਰਡਾਂ ਦਾ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਇਹਨਾਂ ਦੇ ਵਿੱਚ ਪੂਰੀ ਡਿਟੇਲ ਹੈ ਜਿਹੜੀ ਉਹ ਦਿੱਤੀ ਹੁੰਦੀ ਆ ਤੇ ਇੱਕ ਵਾਰ ਫਿਰ ਤੋਂ ਖਾਲਿਸਤਾਨ ਜ਼ਿੰਦਾਬਾਦ ਦਾ ਇਹ ਪੋਸਟਰ ਲੱਗਣਾ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਹੁਣ ਸਵਾਲ ਖੜੇ ਕਰਦਾ ਹੈ। ਇੰਟੈਲੀਜੈਂਸ ਵਾਸਤੇ ਸਭ ਤੋਂ ਵੱਡੀ ਇਹ ਚੁਣੌਤੀ ਹੁਣ ਨਜ਼ਰ ਪੈ ਰਹੀ ਹੈ ਕਿ ਆਖਰ ਕੌਣ ਸ਼ਖਸ ਹੈ ਜਿਹੜਾ ਕਿ ਇਸ ਤਰ੍ਹਾਂ ਦੇ ਪੋਸਟਰ ਹੈ ਉਹ ਜਗ੍ਹਾ ਤੇ ਲਾਉਂਦਾ ਫਿਰ ਰਿਹਾ ਹੈ। ਤੁਸੀਂ ਦੇਖੋ ਕਿ ਹਾਲਾਂਕਿ ਇੱਕ ਪੋਸਟਰ ਇਹਦੇ ਕੋਲੇ ਫੜਿਆ ਹੋਇਆ ਵੀ ਪਿਆ ਹੋਇਆ ਤੇ ਉੱਪਰੋਂ ਉਹ ਪੋਸਟਰ ਫਾੜ ਕੇ ਫਿਰ ਨੀਚੇ ਇਹ ਲਗਾਇਆ ਗਿਆ ਹਾਲਾਂਕਿ ਉਹ ਪੋਸਟਰ ਕੀ ਸੀ ਕਿਸ ਦਾ ਸੀਗਾ ਜਾਂ ਵੈਸੇ ਹੀ ਨਾਰਮਲ ਤੌਰ ਤੇ ਜਿਵੇਂ ਪੋਸਟਰ ਲੱਗ ਜਾਂਦੇ ਨੇ ਉਹ ਹੈ ਪਰ ਉਹਦੇ ਵਿੱਚ ਕਿਹਾ ਜਾ ਸਕਦਾ ਕਿ ਉਸ ਨੂੰ ਫਾੜ ਕੇ ਇਸ ਨੂੰ ਲਗਾਉਣਾ ਯਾਨੀ ਕਿ ਧਿਆਨ ਦੂਜੇ ਪੋਸਟਰ ਵੱਲ ਜਾ ਕੇ ਇਹਦੇ ਸ਼ਾਇਦ ਕੋਈ ਨਾ ਦੇਖੇ ਤਾਂ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਉਹ ਪੋਸਟਰ ਨੂੰ ਫਾੜਿਆ ਜਾਵੇ ਫਿਰ ਇਹ ਪੋਸਟਰ ਲਗਾਇਆ ਜਾਵੇ। ਇਸੇ ਤਰ੍ਹਾਂ ਦੇ ਨਾਲ ਹੀ ਉਸੇ ਸੇਮ ਪ੍ਰਿੰਟਿੰਗ ਦੇ ਵਿੱਚ ਇਹ ਪੋਸਟਰ ਦੇਖਿਆ ਜਾ ਸਕੀ ਕਿ ਕਿਸ ਦਾ ਸੀਗਾ ਉਹ ਅਲੱਗ ਹੋ ਸਕਦਾ ਪਰ ਇੰਨਾ ਜ਼ਰੂਰ ਹੈ ਕਿ ਧਿਆਨ ਇਸੇ ਪੋਸਟਰ ਤੇ ਕੇਂਦਰਿਤ ਰਹੇ ਇਸ ਕਰਕੇ ਉਸ ਪੋਸਟਰ ਨੂੰ ਸ਼ਾਇਦ ਫਾੜਿਆ ਗਿਆ ਹੋਵੇ। ਤਮਾਮ ਗੱਲਾਂ ਜਾਂਚਦੀਆਂ ਨੇ ਕਿ ਆਖਰਕਾਰ ਜਿਵੇਂ SFJ ਵੱਲੋਂ ਵੀ ਕੁਝ ਦਿਨ ਪਹਿਲਾਂ ਕਈ ਤਰ੍ਹਾਂ ਦੀਆਂ ਲਾਲਚ ਦਿੱਤੇ ਗਏ ਸੀਗੇ ਪੰਜਾਬ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀਗਾ ਇੱਕ ਜਗ੍ਹਾ ਤੇ ਝੰਡਾ ਲਾਇਆ ਗਿਆ ਸੀਗਾ ਉਸ ਤੋਂ ਬਾਅਦ ਗ੍ਰਿਫਤਾਰੀਆਂ ਵੀ ਹੋਈਆਂ ਸੀਗੀਆਂ ਕਿ ਇਹ ਉਸੇ ਕੜੀ ਦੇ ਵਿੱਚੋਂ ਹੈ ਕਿ ਆਖਰ ਕੁਝ ਪੈਸਿਆਂ ਦੇ ਲਾਲਚ ਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਨਾ ਕਰ ਰਿਹਾ ਜਾਂ ਫਿਰ ਜਾਣਬੁੱਝ ਕੇ ਇਸ ਤਰ੍ਹਾਂ ਦੇ ਪੋਸਟਰ ਥਾਂ ਤੇ ਲਾਏ ਜਾ ਰਹੇ ਨੇ। ਪਿਛਲੀ ਵਾਰ ਹੋ ਸਕਦਾ ਹੈ ਕਿ ਪੁਲਿਸ ਨੇ ਉਸ ਮਾਮਲੇ ਦੇ ਵਿੱਚ ਵੀ ਜਾਂਚ ਕੀਤੀ ਹੋ ਕੁਝ ਨਾ ਨਿਕਲਿਆ ਹੋਵੇ ਪਰ ਹਜੇ ਜਦੋਂ ਦੁਬਾਰੇ ਇਹ ਪੋਸਟਰ ਇੱਥੇ ਇਸ ਤਰ੍ਹਾਂ ਦੇ ਨਾਲ ਲੱਗ ਜਾਂਦੇ ਨੇ ਤਾਂ ਉਦੋਂ ਸਮਝਿਆ ਜਾ ਸਕਦਾ ਕਿ ਜਾਣਬੁੱਝ ਕੇ ਕੋਈ ਸ਼ਖਸ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਧਿਆਨ ਕੇਂਦਰਿਤ ਕਰ ਰਿਹਾ ਬਾਰ-ਬਾਰ। ਹਾਲਾਂਕਿ ਹੁਣ ਇਸ ਵਾਰ ਹਜੇ ਪੁਲਿਸ ਦਾ ਪਹੁੰਚਣਾ ਬਾਕੀ ਹੈ ਉਸ ਤੋਂ ਬਾਅਦ ਦੇਖਣਾ ਹੋਊਗਾ ਕਿ ਖੁਫੀਆ ਏਜੰਸੀਆਂ ਤੇ ਨਾਲੋਂ ਨਾਲ ਪੁਲਿਸ ਐਕਟਿਵ ਹੋ ਕਿ ਪਹੁੰਚੇਗੀ ਕਿ ਆਖਰ ਇਹ ਪੋਸਟਰ ਬਾਰ-ਬਾਰ ਚੰਡੀਗੜ੍ਹ ਦੇ ਵਿੱਚ ਸਾਈਨ ਬੋਰਡਾਂ ਦੇ ਉੱਤੇ ਕੌਣ ਲਾ ਰਿਹਾ ਹੈਗਾ। ਸਵਾਲ ਹੁਣ ਖੜਾ ਹੋ ਗਿਆ ਵਕਤ ਕਰਾਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਿਹੜਾ ਖਾਲਿਸਤਾਨ ਦਾ ਪੋਸਟਰ ਉਰੇ ਲੱਗਿਆ ਹੋਇਆ ਸੀ ਸਾਈਨ ਬੋਰਡ ਤੇ ਤਾਂ ਹੁਣ ਉਹ ਫਾੜ ਦਿੱਤਾ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਪਹਿਲਾਂ ਸੈਕਟਰ 44 ਦੇ ਵਿੱਚ ਕਰੀਬ 1 ਮਹੀਨਾ ਹੋਣ ਨੂੰ ਹੈ ਕਿ ਉਹ ਪੋਸਟਰ ਲੱਗਿਆ ਦਿਖਿਆ ਸੀ ਤਾਂ ਉਸ ਤੋਂ ਬਾਅਦ ਇਹ ਗਾਈਡ ਮੈਪ ਹੈ ਚੰਡੀਗੜ੍ਹ ਦਾ ਜਿਹੜਾ ਕਿ ਸੈਕਟਰ 28 ਦੀ ਬੈਕ ਸਾਈਡ ਪੈਂਦਾ ਹੈ
ਤੇ ਪੀਸੀਆਰ ਟੀਮ ਇੱਥੇ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਇਸ ਨੂੰ ਹੁਣ ਫਾੜ ਦਿੱਤਾ ਗਿਆ। ਹਾਲਾਂਕਿ ਵੱਡੇ ਸਵਾਲ ਖੜੇ ਇਹ ਹੋ ਰਹੇ ਨੇ ਕਿ ਜਦੋਂ ਇੰਨੇ ਦਿਨ ਪਹਿਲਾਂ ਵੀ ਇੱਕ ਪੋਸਟਰ ਲੱਗਦਾ, ਸੇਮ ਫਾਰਮੈਟ ਸੇਮ ਤਰੀਕੇ ਦੇ ਨਾਲ ਲੱਗਦਾ ਹੈਗਾ, ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਜਾਂਚ ਅੱਗੇ ਵਧਦੀ ਹੈ। ਉਸ ਸਮੇਂ ਦੇ ਦੌਰਾਨ ਇੱਕ ਚੀਜ਼ ਇਹ ਵੀ ਸਾਹਮਣੇ ਆਈ ਸੀ ਕਿ ਹੋ ਸਕਦਾ ਕਿਸੇ ਨੇ ਇਸ ਪੋਸਟਰ ਨੂੰ ਲੈ ਕੇ ਸ਼ਰਾਰਤ ਕੀਤੀ ਹੋਵੇ, ਪਰ ਹੁਣ ਮਾਮਲਾ ਸੰਗੀਨ ਨਜ਼ਰ ਆਉਂਦਾ ਹੈ ਕਿ ਬਾਰ-ਬਾਰ ਆਖਰਕਾਰ ਉਸੇ ਤਰ੍ਹਾਂ ਦੇ ਉਸੇ ਫਾਰਮੈਟ ਦੇ ਵਿੱਚ ਪੋਸਟਰ ਕਿਉਂ ਲਾਏ ਜਾ ਰਹੇ ਨੇ, ਉਹ ਵੀ ਇਸ ਜਗ੍ਹਾਵਾਂ ਤੇ ਜਿੱਥੇ ਕਿ ਕਿਸੇ ਦੀ ਸਿੱਧੀ ਨਜ਼ਰ ਪਵੇ। ਕਿਉਂਕਿ ਇਹ ਜਿਹੜਾ ਪੂਰਾ ਰੋਡ ਤੁਸੀਂ ਦੇਖੋ, ਇਹ ਸੈਕਟਰ 17 ਨੂੰ ਜਾਂਦਾ ਰੋਡ ਹੈ, ਸੈਕਟਰ 28 ਤੋਂ ਮੁੱਖ ਰੋਡਾਂ ਦੇ ਵਿੱਚੋਂ ਇਹ ਰੋਡ ਨੂੰ ਮੰਨਿਆ ਜਾਂਦਾ, ਕਿਉਂਕਿ ਲੋਕ ਇੱਥੋਂ ਜਦੋਂ ਤੁਸੀਂ ਜ਼ੀਰਕਪੁਰ ਨੂੰ ਜਾਣਾ, ਬਾਹਰ ਨੂੰ ਜਾਣਾ, ਤਾਂ ਇਹ ਮੁੱਖ ਰੋਡ ਦੇ ਤੌਰ ਤੇ ਵਰਤਿਆ ਜਾਂਦਾ ਹੈ। ਹੁਣ ਤੋਂ ਕੁਝ ਸਮਾਂ ਪਹਿਲਾਂ ਦੇਖਿਆ ਸੀਗਾ ਕਿ ਅਸੀਂ ਇਸੇ ਜਗ੍ਹਾ ਤੇ ਪੋਸਟਰ ਲਗਾਇਆ ਗਿਆ ਸੀਗਾ। ਇਸ ਪੋਸਟਰ ਨੂੰ ਹੁਣ ਚੰਡੀਗੜ੍ਹ ਪੁਲਿਸ ਦੀ ਪੀਸੀਆਰ ਆਈ ਹੈ, ਉਹਨਾਂ ਦੇ ਵੱਲੋਂ ਫਾੜ ਕੇ ਹਾਲਾਂਕਿ ਨਾਲ ਲੈ ਕੇ ਗਏ ਨੇ ਉਹ ਪੋਸਟਰ। ਜਿਹੜਾ ਇੱਕ ਦੂਸਰਾ ਪੋਸਟਰ ਅਸੀਂ ਤੁਹਾਨੂੰ ਦਿਖਾਇਆ ਸੀ ਵੀ ਉਹ ਪੋਸਟਰ ਜਾਣਬੁੱਝ ਕੇ ਸ਼ਾਇਦ ਫਾੜਿਆ ਹੋਵੇ ਇਹਨੂੰ ਕੇਂਦਰਿਤ ਕਰਨ ਵਾਸਤੇ, ਯਾਨੀ ਕਿ ਤੁਹਾਡਾ ਫੋਕਸ ਇਸ ਤੇ ਜਾਵੇ, ਤਾਂ ਉਸ ਪੋਸਟਰ ਨੂੰ ਵੀ ਉਹਨਾਂ ਨੇ ਨਾਲ ਚੱਕਿਆ ਹੈਗਾ। ਕਿਹਾ ਜਾ ਸਕਦਾ ਕਿ ਇਸ ਵਾਰ ਜਾਂਚ ਗੰਭੀਰਤਾ ਨਾਲ ਕਰਨੀ ਹੋਊਗੀ, ਕਿਉਂਕਿ ਹੁਣ ਇੰਟੈਲੀਜੈਂਸ ਵਾਸਤੇ ਵੀ ਇੱਕ ਵੱਡੀ ਚੁਣੌਤੀ ਹੋਊਗੀ ਕਿ ਆਖਰਕਾਰ ਇਹ ਪੋਸਟਰ ਜਦੋਂ ਬਾਰ-ਬਾਰ ਲੱਗ ਰਿਹਾ ਤੇ ਕੀ ਕੋਈ ਜਾਣਬੁੱਝ ਕੇ ਇਸ ਤਰ੍ਹਾਂ ਦੀ ਸ਼ਰਾਰਤ ਕਰ ਰਿਹਾ ਹੈ। ਕਿਉਂਕਿ ਪੰਜਾਬ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਐਸਐਫਜੇ ਵੱਲੋਂ ਇੱਕ ਗੱਲ ਕਹੀ ਗਈ ਸੀਗੀ ਕਿ ਜੇਕਰ ਕੋਈ ਇਸ ਤਰ੍ਹਾਂ ਦੇ ਪੋਸਟਰ ਲਾਉਂਦਾ ਤਾਂ ਅਸੀਂ ਉਹਨੂੰ ਇਨਾਮ ਦੇਵਾਂਗੇ। ਇੱਕ ਮਾਮਲਾ ਮੋਗੇ ਦੇ ਵਿੱਚ ਵੀ ਸਾਹਮਣੇ ਆਇਆ ਸੀ, ਪੁਲਿਸ ਨੇ ਉਹਦੇ ਵਿੱਚ ਗ੍ਰਿਫਤਾਰੀ ਵੀ ਕੀਤੀ ਸੀ, ਪਰ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਹੁਣ ਚੰਡੀਗੜ੍ਹ ਦੇ ਵਿੱਚ ਇਹ ਬਾਰ-ਬਾਰ ਕਿਉਂ ਸਾਹਮਣੇ ਆ ਰਿਹਾ। ਵੱਡਾ ਸਵਾਲ ਇਹ ਇਸ ਲਈ ਖੜਾ ਹੁੰਦਾ ਹੈ ਕਿ ਪੰਜਾਬ ਦੀ ਰਾਜਧਾਨੀ, ਦੂਜੇ ਪਾਸੇ ਪੁਲਿਸ ਹੈੱਡਕੁਆਟਰ ਇੱਥੇ ਹੋਣਾ, ਸਾਰਾ ਵੀਵੀਆਈਪੀ ਸਿਸਟਮ ਇੱਥੇ ਹੋਣਾ, ਉਹਦੇ ਬਾਵਜੂਦ ਕਿਹਾ ਜਾਵੇ, ਕਿਉਂਕਿ ਚੰਡੀਗੜ੍ਹ ਪੁਲਿਸ ਵੀ ਮੁਸਤੈਦ ਮੰਨੀ ਜਾਂਦੀ ਹੈ ਹਰ ਇੱਕ ਚੀਜ਼ ਦੇ ਲਈ, ਉਹਦੇ ਬਾਵਜੂਦ ਇਸ ਤਰ੍ਹਾਂ ਦੇ ਪੋਸਟਰ ਸਾਹਮਣੇ ਆਣੇ, ਪਹਿਲਾਂ ਕਿਤੇ ਨਾ ਕਿਤੇ ਜੇ ਕਿਹਾ ਜਾਵੇ ਤਾਂ ਨਿਗਾਹ ਹੈ ਜਿਹੜੀ ਸਿੱਧੀ ਇੱਥੇ ਪਵੇ ਤਾਂ ਇਸ ਚੀਜ਼ ਨੂੰ ਜਾਣਬੁੱਝ ਕੇ ਕਿਤੇ ਨਾ ਕਿਤੇ ਗਾਈਡ ਮੈਪ, ਸਾਈਨ ਬੋਰਡਾਂ ਦੇ ਸਹਾਰੇ ਲਿਆ ਜਾਂਦਾ। ਕਿਉਂਕਿ ਪਿਛਲਾ ਪੋਸਟਰ ਵੀ ਜਿਹੜਾ ਲੱਗਿਆ ਸੀ ਉਹ ਸੈਕਟਰ 44 ਦਾ ਸਾਈਨ ਬੋਰਡ ਸੀਗਾ, ਪਰ ਹੁਣ ਦੇਖਣਾ ਹੋਊਗਾ ਕਿ ਪੁਲਿਸ ਅਤੇ ਇੰਟੈਲੀਜੈਂਸ ਵਿੰਗ ਨੇ, ਜਿਹੜੇ ਖੁਫੀਆ ਏਜੰਸੀਆਂ ਨੇ, ਉਹ ਕਿਸ ਤਰ੍ਹਾਂ ਦੇ ਨਾਲ ਉਹਨਾਂ ਲੋਕਾਂ ਤੱਕ ਪਹੁੰਚਦੀਆਂ ਨੇ ਕਿ ਜੋ ਇਸ ਤਰ੍ਹਾਂ ਦੇ ਕਾਰਨਾਮੇ ਕਰ ਰਹੇ ਨੇ, ਜਾਣਬੁੱਝ ਕੇ ਪੋਸਟਰ ਨੇ ਜਿਹੜੇ ਖਾਲਿਸਤਾਨ ਦੇ ਲਾਏ ਜਾਂਦੇ ਨੇ, ਕਿ ਆਖਰਕਾਰ ਉਹਦੇ ਪਿੱਛੇ ਦੀ ਮਨਸ਼ਾ ਕੀ ਹੈ। ਹਾਲਾਂਕਿ ਪੁਲਿਸ ਮੁਸਤੈਦੀ ਦੇ ਨਾਲ ਪਿਛਲੇ ਮਾਮਲੇ ਨੂੰ ਵੀ ਲੈ ਕੇ ਵੀ ਲੱਗੀ ਹੋਈ ਹੈ, ਤੇ ਦੂਜੇ ਪਾਸੇ ਹੁਣ ਦੇਖਣਾ ਹੋਊਗਾ ਕਿ ਇਸ ਮਾਮਲੇ ਨੂੰ ਲੈ ਕੇ ਕੀ ਕੋਈ ਅੱਗੇ ਹੋਰ ਸਖਤਾਈ ਦੇ ਨਾਲ ਜਾਂਚ ਕੀਤੀ ਜਾਂਦੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਕੌਣ ਇਸ ਤਰ੍ਹਾਂ ਦੀ ਬਾਰ-ਬਾਰ ਹੁਣ ਸ਼ਰਾਰਤ ਸ਼ਬਦ ਦੇ ਜਾਂ ਮੈਂ ਕਹੀਏ ਕਿ ਕੋਈ ਸਾਜ਼ਿਸ਼ ਦੇ ਤਹਿਤ ਇਹ ਪੋਸਟਰ ਲਾ ਰਿਹਾ ਹੈ। ਵੀਡੀਓ ਜਰਨਲਿਸਟ ਗੌਰਵ ਦੇ ਨਾਲ ਸਮੀਰ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।